ਮੈਂ ਜੈਕ ਸਿੰਘ ਸੇਖੋਂ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੀ ਸੇਵਾ ਦੇ ਵਿੱਚ। ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਲੈ ਕੇ ਪ੍ਰਾਈਮ ਪੰਜਾਬ ਮੀਡੀਆ। ਅੱਜ ਕੁਝ ਕੁ ਗੱਲਾਂ ਬਾਤਾਂ ਅਸੀਂ ਕਰਨੀਆਂ ਨੇ ਕੈਨੇਡਾ ਦੀਆਂ, ਔਰ ਮੈਂ ਖਾਸ ਕਰਕੇ ਬਰੈਂਪਟਨ ਦੀ ਗੱਲ ਕਰਾਂ। ਜਿਹੜੀ ਗੱਲ ਬਰੈਂਪਟਨ ਦੇ ਨਾਲ ਰਿਲੇਟ ਕਰਦੀ ਆ, ਸਾਡੇ ਬਹੁਤ ਲਿਸਨਰਸ਼ਿਪ ਸਾਡੀ ਵੱਡੀ ਹੈ ਜਿਹੜੀ ਬਰੈਂਪਟਨ ਤੋਂ ਹੈ। ਔਰ ਬਰੈਂਪਟਨ ਦੇ ਵਿੱਚ ਪੋਪੂਲੇਸ਼ਨ ਅਰਾਊਂਡ 7 ਲੱਖ ਪਲੱਸ ਦੇ ਵਿੱਚ ਜਿਹੜੀ ਅੰਕੜਿਆਂ ਦੇ ਵਿੱਚ ਇਹਨਾਂ ਨੇ ਦਰਜ ਕੀਤੀ ਹੈ, ਜੋ ਤਾਜ਼ਾ ਹੈ। ਬਟ ਜਿਹੜੀ ਪੋਪੂਲੇਸ਼ਨ ਹੈ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ। ਕਈ ਲੋਕ ਜਿਨ੍ਹਾਂ ਦੇ ਐਡਰੈਸ ਕਿਤੋਂ ਹੋਰ ਦੇ ਨੇ, ਉਹ ਰਹਿੰਦੇ ਬਰੈਂਪਟਨ ਦੇ ਵਿੱਚ ਨੇ, ਔਰ ਕਈ ਹਜੇ ਵਿਜ਼ਟਰ ਵੀਜ਼ੇ ਤੇ ਨੇ, ਕੋਈ ਸੁਪਰ ਵੀਜ਼ੇ ਤੇ ਨੇ, ਜਿਹੜੇ ਹਲੇ ਕਾਊਂਟ ਨਹੀਂ ਹੋ ਰਹੇ। ਔਰ ਇਹਦੇ ਵਿੱਚ ਕੀ ਆ ਰਿਹਾ ਕਿ ਬਰੈਂਪਟਨ ਦੇ ਵਿੱਚ ਜਿਹੜੀ ਰਹਿਣ ਦੀ ਸਮੱਸਿਆ ਬਹੁਤ ਆ ਰਹੀ ਆ, ਘਰਾਂ ਦੀ ਸਮੱਸਿਆ ਬਹੁਤ ਆ ਰਹੀ ਆ, ਰੈਂਟਲ ਸਮੱਸਿਆ ਬਹੁਤ ਆ ਰਹੀ ਆ। ਰਹਿਣ ਤੇ ਜਗ੍ਹਾ ਨਹੀਂ ਮਿਲਦੀ, ਬੇਸਮੈਂਟ ਨਹੀਂ ਮਿਲਦੀ। ਔਰ ਇੱਥੇ ਜਿੱਥੇ ਨਾਲ ਦੀ ਨਾਲ ਜਿਹੜੇ ਨਵੇਂ ਘਰ ਬਣ ਰਹੇ ਨੇ, ਜੋ ਵੀ ਨਵੀਆਂ ਕਮਿਊਨਿਟੀਜ਼ ਬਣ ਰਹੀਆਂ ਨੇ, ਉਹਨਾਂ ਦੇ ਵਿੱਚ ਪਾਰਕਿੰਗ ਇਸ਼ੂ ਬਹੁਤ ਆ ਰਿਹਾ। ਨਵੇਂ ਘਰ ਨੇ, ਮਿਲੀਅਨ ਪਲੱਸ ਨੇ, 1.5 ਮਿਲੀਅਨ ਪਲੱਸ ਨੇ, ਬਟ ਜਿਨ੍ਹਾਂ ਵਿੱਚ ਪਾਰਕਿੰਗ ਬਾਹਰ ਤੁਸੀਂ ਦੇਖੋਗੇ ਹਾਰਡਲੀ 2 ਕਾਰਾਂ ਜਿਹੜੀਆਂ ਉਹ ਲੱਗਦੀਆਂ ਨੇ। ਔਰ ਜਦੋਂ ਪੋਪੂਲੇਸ਼ਨ ਵੱਧ ਰਹੀ ਹੋਵੇ ਤੇ ਸਾਨੂੰ ਲੋਕਾਂ ਦੇ ਨਾਲ ਦੀ ਨਾਲ ਰਹਿਣ ਦੀ ਸਮੱਸਿਆ ਦਾ ਹੱਲ ਉਹ ਕਰਨਾ ਚਾਹੀਦਾ। ਬਟ ਸਿਟੀ ਵੱਲੋਂ ਇੱਕ ਇਦਾਂ ਦਾ ਲਾਇਸੈਂਸ ਲਿਆਂਦਾ ਜਾ ਰਿਹਾ ਜਿਹੜਾ ਕਿ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸ, ਜਿਹਨੂੰ ਕਿਹਾ ਜਾ ਰਿਹਾ ਕਿ ਉਹ ਤੁਹਾਨੂੰ ਲੈਣਾ ਪੈਣਾ ਜੇ ਤੁਸੀਂ ਬੇਸਮੈਂਟ ਰੈਂਟ ਤੇ ਕਰਦੇ ਹੋ। ਐਕਚੁਅਲ ਦੇ ਵਿੱਚ ਇਹ ਹੈ ਕੀ ਆ, ਔਰ ਇਹਦਾ ਕੀ ਨਫਾ ਵਾ, ਕੀ ਨੁਕਸਾਨ ਆ, ਇਹ ਮੈਂ ਤੁਹਾਡੇ ਨਾਲ ਆਪਣੇ ਬਰੈਂਪਟਨ ਤੋਂ ਨੇ ਭਾਜੀ ਆਜ਼ਾਦ ਗੋਇਤ ਜੀ, ਉਹਨਾਂ ਦੇ ਨਾਲ ਗੱਲਬਾਤ ਕਰਵਾਵਾਂਗੇ ਲਾਈਵ। ਔਰ ਤੁਸੀਂ ਜ਼ਰੂਰ ਸੁਣਨਾ, ਕਿਉਂਕਿ ਬਰੈਂਪਟਨ ਦੇ ਵਿੱਚ ਤੁਸੀਂ ਰਹਿੰਦੇ ਹੋ, ਇਹ ਤੁਹਾਡੇ ਲਈ 10-15 ਮਿੰਟ ਦੀ ਇੰਟਰਵਿਊ ਬੜੀ ਜ਼ਰੂਰੀ ਆ। ਕੀ ਆ ਉਹ ਲਾਇਸੈਂਸ, ਇਹਦੇ ਨੁਕਸਾਨ ਕੀ ਨੇ, ਇਹਦੇ ਫਾਇਦੇ ਕੀ ਨੇ, ਔਰ ਇਹਨੂੰ ਰੋਕਿਆ ਕਿਵੇਂ ਜਾ ਸਕਦਾ, ਤੁਸੀਂ ਐਜ਼ ਏ ਬਰੈਂਪਟੋਰੀਅਨ ਆਪਣਾ ਸਹਿਯੋਗ ਆ ਕਿਵੇਂ ਦੇ ਸਕਦੇ ਹੋ, ਇਹ ਗੱਲ ਅਸੀਂ ਤੁਹਾਡੇ ਨਾਲ ਅੱਜ ਕਰਨੀ ਹੈ। ਔਰ ਸੋ ਜੋ ਬਰੈਂਪਟਨ ਦੇ ਲਈ ਇੱਕ ਬੜਾ ਖਾਸ ਵੱਡਾ ਮੁੱਦਾ ਬਣਿਆ ਹੋਇਆ, ਇਹਦੀ ਗੱਲ ਜਿਹੜੇ ਬਰੈਂਪਟਨ ਦੇ ਲੋਕ ਨੇ ਜਿਨ੍ਹਾਂ ਦੇ ਕੋਲੇ ਘਰ ਨੇ, ਕਿਸੇ ਦੀ ਬੇਸਮੈਂਟ ਲੀਗਲ ਆ ਔਰ ਕਿਸੇ ਦੀ ਬੇਸਮੈਂਟ ਲੀਗਲ ਨਹੀਂ ਗਈ, ਔਰ ਜਿਨ੍ਹਾਂ ਦੀਆਂ ਲੀਗਲ ਵੀ ਨੇ ਉਹਨਾਂ ਨੂੰ ਕਿਹੜੀ ਚੀਜ਼ ਚਾਹੀਦੀ ਹੈ, ਜਿਨ੍ਹਾਂ ਦੀ ਲੀਗਲ ਬੇਸਮੈਂਟ ਨਹੀਂ ਗਏ ਉਹ ਇਹਨੂੰ ਲੀਗਲ ਕਿਵੇਂ ਕਰ ਸਕਦੇ ਆ। ਔਰ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਦੇ ਆ। ਜੋ ਬਰੈਂਪਟਨ ਦੇ ਵਿੱਚ ਇੱਕ ਨਵਾਂ ਪ੍ਰੋਜੈਕਟ ਚਲਾ ਰਹੇ ਸਨ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸ ਦਾ, ਉਹਦੇ ਤੇ ਗੱਲਬਾਤ ਹੋ ਰਹੀ ਆ। ਔਰ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਆਜ਼ਾਦ ਜੀ। ਔਰ ਜੀ आजाद जी, ਤੁਹਾਡਾ ਪ੍ਰਾਈਮ ਪੰਜਾਬ ਮੀਡੀਆ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ जी। सत श्री अकाल जी जय भाई, सत श्रीकाल। और जितने भी अपने श्रोता हैं, जितने भी दर्शक हैं, मेरी तरफ से डॉक्टर आजाद गोयत की तरफ से सबको प्यार भरा नमस्कार, सत श्रीकाल, आदाब। आजाद जी, जो ਹੁਣ ਇੱਕ ਵੱਡਾ ਇਸ਼ੂ ਆ, ਜਿਵੇਂ ਪਹਿਲਾਂ ਗੱਲ ਕੀਤਾ ਕਿ ਬਰੈਂਪਟਨ ਦੀ ਜੇ ਕਾਗਜ਼ ਇਹਨਾਂ ਦੇ ਕਾਗਜ਼ਾਂ ਦੀ ਗੱਲਬਾਤ ਕਰੀਏ, ਰੈਕਡ ਦੀ ਗੱਲ ਕਰੀਏ, 7 ਲੱਖ ਪਲੱਸ ਦੀ ਪੋਪੂਲੇਸ਼ਨ ਇਹਨਾਂ ਨੇ ਨਵੀਂ ਸ਼ੋਅ ਕੀਤੀ ਆ। जी जी ਔਰ ਹੋ ਸਕਦੀ ਹੈ ਕਿ ਮਿਲੀਅਨ ਦੇ ਨੇੜ ਹੋਵੇ, जी आजा। ਕਿਉਂਕਿ ਬਹੁਤ ਲੋਕ ਆ ਜਿਹੜੇ ਕੋਈ ਵਿਜ਼ਟਰ ਤੇ ਆ, ਕੋਈ ਸੁਪਰ ਵੀਜ਼ੇ ਤੇ ਆਇਆ ਹੋਇਆ। ਕਈ ਲੋਕ ਵੈਸੇ ਆਉਂਦੇ ਕਿਸੇ ਹੋਰ ਸਿਟੀ ਦੇ ਵਿੱਚ ਆ ਤੇ ਬਾਅਦ ਵਿੱਚ ਇੱਥੇ ਮੂਵ ਹੋ ਜਾਂਦੇ ਨੇ। जी ਔਰ ਵੱਡੀ ਸਮੱਸਿਆ ਜੋ ਰਹਿਣ ਦੀ ਸਮੱਸਿਆ ਆ ਰਹੀ ਆ, ਔਰ ਹਾਰਡਲੀ ਲੋਕ ਮੈਨੇਜ ਕਰ ਰਹੇ ਨੇ ਇਹਨੂੰ। ਔਰ ਇਹ ਜਿਹੜਾ ਨਵਾਂ ਇੱਕ ਲਾਇਸੈਂਸ ਆ ਸ਼ੁਰੂ ਕਰ ਰਹੀ ਆ ਬਰੈਂਪਟਨ ਦੀ ਜਿਹੜੀ ਮਿਊਨਿਸਪੈਲਿਟੀ ਆ, ਐਕਚੁਅਲ ਦੇ ਵਿੱਚ ਹੈ ਕੀ ਆ, ਪਹਿਲਾਂ ਅਸੀਂ ਉਹਦੀ ਫਰੋਮ ਸਕ੍ਰੈਚ ਆਪਾਂ ਗੱਲ ਕਰ ਲਈਏ ਡਿਟੇਲ ਦੇ ਵਿੱਚ। बिल्कुल जी जगभा जी। देखो, सबसे पहले जो ये प्रोजेक्ट है इन्हें शॉर्ट फॉर्म में बोलते हैं RRL। जी तो आर फॉर रेजिडेंशियल रेंटल लाइसेंस। जी ये सिटी ऑफ ब्रैम्पटन ने एक पायलट प्रोग्राम शुरू किया ਸੀ 1 ਜਨਵਰੀ 2024 ਨੂੰ। जी ਇਸ ਵਿੱਚ ਕੀ ਹੈ ਕਿ ਬਰੈਂਪਟਨ ਦੇ 5 ਵਾਰਡ ਇਹ ਲੈ ਕੇ ਆਏ ਸੀ। ਇਸ ਵਿੱਚ ਵਾਰਡ ਨੰਬਰ 1 जी 3 4 5 ਤੇ 7। जी तो ये जो पायलट प्रोजेक्ट है, इस पायलट प्रोजेक्ट बीच की है कि भाई पहली गल तो ये है भाई ये जो उन वास्ते है जिनकी जो डिवेलिंग्स हैं, हाँ चाहे जी वो सेकंड डिवेलिंग जिन्हें बोलते हैं या फर्स्ट डिवेलिंग है, वो ऑलरेडी कंप्लाइंट है। देखो, अगर आपकी यूनिट कंप्लाइंट ही नहीं है तो आपको लाइसेंस नहीं मिल सकता। हाँ जी तो वो कहते भी जब ਤੁਹਾਡੀ ਮੰਨ ਲਓ ਕਿ ਵੀ ਤੁਸੀਂ ਸਾਡਾ ਆਬਜੈਕਸ਼ਨ ਇਹੀ ਸੀ ਕਿ ਵੀ ਜਬ ਸਾਡੀ ਯੂਨਿਟ ਆਲਰੇਡੀ ਕੰਪਲਾਇੰਟ ਹੈ, ਅਸੀਂ ਸਿਟੀ ਦਾ ਪਰਮਿਟ ਲੈ ਕੇ ਬਣਾਈ ਹੈ, ਸਿਟੀ ਨੇ ਸਾਰੇ ਜੋ ਇੰਸਪੈਕਸ਼ਨ ਹੈ, ਚਾਹੇ ਐਚਵੈਕ ਦਾ ਹੈ ਜੀ, ਈਐਸਏ ਦਾ ਸਰਟੀਫਿਕੇਸ਼ਨ हाँ ਹੈ, जी ਚਾਹੇ ਉਹ ਗੈਸ ਦਾ ਸਰਟੀਫਿਕੇਸ਼ਨ ਹੈ, ਸਾਰੇ ਕੇ ਸਾਰੇ ਅਸੀਂ ਪਾਸ ਕਰਾਏ। ਉਸ ਇਹ ਲਾਇਸੈਂਸ ਦੀ ਲੋੜ ਕਿਉਂ ਹੁੰਦੀ ਹੈ? हाँ जी ਤੁਸੀਂ ਕਿਉਂ ਇਹ ਲਾਇਸੈਂਸ ਨੂੰ ਲਾਗੂ ਕਰਨਾ ਚਾਹੁੰਦੇ ਹੋ? तो वो फिर इस बीच जो था करीब रिक्वायरमेंट सी इस प्रोग्राम की। पहली रिक्वायरमेंट सिटी ने की थी भी जो भी लैंडलॉर्ड है, जो भी टाइटल ते हैं, चाहे एक बंदा है, 2 बंदे, 3 बंदे, उन्होंने अपना क्रिमिनल रिकॉर्ड चेक करके देना पैना ठीक है। सर्टिफिकेट। जो रह रहे ने, जो रहनी नहीं, जो लैंडलॉर्ड है, जो लैंडलॉर्ड है, ठीक है। ये टेनेंट वास्ते नहीं है। Okay. मान लो मेरी डिवेलिंग है, मैं रेंट तक करनी है, रेंटल लाइसेंस लेना है, तो मैंने अपना क्रिमिनल रिकॉर्ड चेक, मेरा वाइफ का जो भी टाइटल ते बंदे हैं उनका सबका पुलिस क्लीयरेंस लेके सिटी ਨੂੰ प्रोवाइड करना है जी करें, जो अपना क्रिमिनल रिकॉर्ड चेक है। दूसरा इस बीच ये था कि भाई आप
ਆਪਣੀ ਸਾਰੇ ਘਰ ਦੀ ਆਪਾਂ ਡਰਾਇੰਗ ਜੋ ਹੈ ਨਾ ਉਹ ਬਣਾ ਕੇ ਸਿਟੀ ਨੂੰ ਸਬਮਿਟ ਕਰਨੀ ਹੈ। ਹੂੰ ਤੀਜਾ ਇਹ है भाई ESA ਦਾ सर्टिफिकेट और HVAC का सर्टिफिकेट, वो जो टेक्निकल बंदे हैं उनसे साइन करा के आप देना चाहिए। देखो जब सबसे पहले इसका असी एनालाइज किया, इसका देखते भी फाइनेंशियल इंपैक्ट की है, हम्म क्योंकि सबसे पहले असी सिटी ਨੂੰ कहा भी ऑलरेडी सानू जब साडी रिक्वायरमेंट पूरियां हैं, हाँ जी सब कुछ असी कराया, असी लीगल कराई, तो सानू ये चीज़ां दोबारा क्यों क्यों करनी पैनी है। हम्म फिर तीजा उसके एक ये भी थी कि भी जो ये सर्टिफिकेशन है ये हर साल करा के देनी सिटी ਨੂੰ। सिटी Every year? एवरी ईयर सिटी कहता भी हर बार ਤੁਸੀਂ ਜੋ ਵੀ ਹੈ HVAC ਦਾ सर्टिफिकेशन लेना है, गैस ਦਾ सर्टिफिकेशन लेना है, ESA ਦਾ सर्टिफिकेशन लेना है। तो एक बहुत बड़ा फाइनेंशियल इंपैक्ट है जो लोगों के ऊपर था, क्योंकि अल्टीमेटली की होता है जो कोस्ट होती है, मान लो कि मैंने कोई कोस्ट पैंदी है तो मैं बंदा कोई भी बंदा पास हो जहाँ बंदा रहेगा उन्हें करो आगे तो जाएगी। ऑलरेडी रेंट इन्ने हाई हैं, अफोर्डेबिलिटी है नहीं, और जो एक्सपेंसिस और हो जाने हैं तो इसका मतलब है भी अफोर्डेबिलिटी लोगों की और घट जानी। तो ਅਸੀਂ ਸਾਡਾ ਜੋ ਪਹਿਲਾ ਜੋ ऑब्जेक्शन थी सिटी ਨਾਲ यही सी भी ये प्रोग्राम सही नहीं है। देखो सिटी ਦੇ 3 कंसर्न है मेन कि भी सिटी और ब्रैम्पटन कहता भी साढ़े 3 मेन कंसर्न सी इस प्रोग्राम में ता लेके आए। उनका पहला कंसर्न था जी ओवर क्राउडिंग का, कि भी एक घर से ज्यादा लोग रहते हैं। हाँ पिछली बार तुम सुना होगा मेयर साहब ने एक स्टेटमेंट भी दी है भी एक बेसमेंट तो 25 बंदे 25 लोग रह रहे हैं जी। देखो सबसे पहले ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਓਵਰ ਕਰਾਊਡਿੰਗ ਦੇ ਖਿਲਾਫ ਹਾਂ जी। ਅਸੀਂ ਇਲੀਗਲ ਬੇਸਮੈਂਟ ਨਹੀਂ ਬੋਲਦੇ, ਅਸੀਂ ਉਹਨਾਂ ਨੂੰ ਨॉन ਕੰਪਲਾਇੰਟ ਬੋਲते हैं। ਅਸੀਂ ਚਾਹੁੰਦੇ ਹਾਂ ਕਿ ਬਰੈਂਪਟਨ ਦੀ ਜੋ ਵੀ ਯੂਨਿਟਸ ਹੈ, ਜਿੰਨੀ ਵੀ ਡਿਵੈਲਿੰਗ ਹੈ, ਚਾਹੇ ਅਸੀਂ ਖੁਦ ਰਹੀਏ ਚਾਹੇ ਸਾਡਾ ਕੋਈ ਟੈਨੈਂਟ ਰਹਿੰਦਾ ਹੈ, ਬਹਿਣ ਵਾਲਾ ਰਹਿੰਦਾ ਹੈ, ਉਹ ਕੰਪਲਾਇੰਟ ਹੋਣੀ ਚਾਹੀਦੀ। ਉਹ ਜਿੰਨੇ ਵੀ ਫਾਇਰ ਕੋਡ ਹੈ, ਬਿਲਡਿੰਗ ਕੋਡ ਹੈ, ਉਹ ਪੂਰੇ ਹੋਣੇ ਚਾਹੀਦੇ। तो फिर जो है ना ਅਸੀਂ ਉਹਨਾਂ ਨੂੰ ਕਿਹਾ ਕਿ ਵੀ ਇਹ ਸਾਰੀ ਚੀਜ਼ਾਂ ਹੈ तो लोड की है। जब ओवर क्राउडिंग के लिए ਤੁਹਾਡੇ ਕੋਲ ਬਾਈਲਾ है, जैसे अब सिटी ऑफ ब्रैम्पटन ने 25 बंदे मान लो, सानू नहीं पड़ा ये न्यूज़ पुरानी है कि नबी ये भी सुनने आया है जो 25 बंदे की स्टेटमेंट है 19 भी आई सी 2019 च भी आई थी, अब 2024 आई। ये पुरानी न्यूज़ है कि कोई नवी न्यूज़ है, सानू पता नहीं, ਅਸੀਂ फाइंड आउट करने की कोशिश कर रहे हैं, क्योंकि कई बार जो है बदनाम किया जाता है बिल्कुल कि भी ये घर तक 25 बंदे। तो ਅਸੀਂ जो ओवर क्राउडिंग है, एक तो ये इशू था, दूजा इशू था जी उनका प्रॉपर्टी स्टैंडर्ड का। वो कहते भी कोई स्नो रिमूवल का इशू आता है, ग्रास कटिंग का इशू आता है। तीजा उनका कंसर्न था जी गारबेज रिमूवल का, गारबेज है ना मतलब फ्लाई करता है, बिन भरे होंगे हैं। तो ਅਸੀਂ कहा भी ये जो प्रॉब्लम है ਤੁਹਾਡੇ ਕੋਲ ऑलरेडी बायलॉज हैं। अगर ओवर क्राउडिंग है, जैसे मान लो अब 25 बंदे फड़े, इसका मतलब ये सिटी कोल टूल है, ਉੱਥੇ ਜਾ ਕੇ ਚੈੱਕ ਕਰ ਸਕਦੇ हैं, टिकट दे सकते हैं। दूजा जो प्रॉपर्टी स्टैंडर्ड ਦਾ है, ਤੁਸੀਂ ਜਾ ਕੇ अगर ग्रास कटिंग नहीं है ਤੁਸੀਂ ਜਾ ਕੇ टिकट दे सकते हो, ਸਨੋ ਰਿਮੂਵਲ ਨਹੀਂ ਹੁੰਦੀ ਤੁਸੀਂ टिकट दे सकते हो। अगर गारबेज ਦਾ इशू है तो पहले ये देखो भी गारबेज ਇੰਨਾ ਇਕੱਠਾ ਕਿਉਂ ਹੁੰਦਾ जी। देखो ਅਸੀਂ ਬਿਲਕੁਲ ਇਸ ਚੀਜ਼ ਤੇ ਬਿਲੀਵ ਕਰਦੇ ਹਾਂ ਕਿ ਸਾਡਾ ਜੋ ਸ਼ਹਿਰ ਹੈ ਉਹ ਸਾਫ ਸੁਥਰਾ ਹੋਣਾ ਚਾਹੀਦਾ, ਗਾਰਬੇਜ ਓਵਰਫਲੋ ਨਹੀਂ ਹੋਣਾ ਚਾਹੀਦਾ। लेकिन ਤੁਸੀਂ ਇਹ ਦੇਖੋ ਪਹਿਲੇ ਜੋ गारबेज की फ्रीक्वेंसी थी ਉਹ ਵੀਕਲੀ ਹੁੰਦੀ ਸੀ, गारबेज हर वीक ਚੱਕਿਆ ਜਾਂਦਾ ਸੀ, बाई वीकली है, अब बाई वीकली है। और दूजा ये है कि भी ਆਪਾਂ सेकंड ਡਵੈਲਿੰਗ भी ਉੱਥੇ बना दी जी। तो बिन अपने को एक है गारबेज अपना मान लो 2 फैमिलियों का डबल हो गया, तो इश्यू क्या है कि इसे ये फाइंड आउट करने की लोड़ है कि भी ये गारबेज इतना होंदा क्यों है। तो बेसिकली ये जो RRL है, ਅਸੀਂ ਇਹ ਪੁੱਛਿਆ ਵੀ RRL ਨਾਲ ਜੋ ਵੀ ਤੁਹਾਡੇ ਜੋ ਇਹ ਕੰਸਰਨ ਹੈ ਇਹ ਕਿਸ ਤਰ੍ਹਾਂ ਰਿਜ਼ੋਲਵ ਹੋਣੇ ਹੈ, ਹਾਂਜੀ ਸਾਨੂੰ ਦੱਸੋ। तो बेसिकली सिटी ऑफ ब्रैम्पटन कोल जिन्ने भी काउंसलर थे उनको जवाब नहीं है इस चीज़ का जी। और ਅਸੀਂ ਇਹ ਕਹਾ ਵੀ ਜੋ ਅਗਰ ਤੁਸੀਂ ਕੋਈ ਵੀ ਪ੍ਰੋਗਰਾਮ ਸ਼ੁਰੂ ਕਰਨਾ ਹੈ, ਤੁਸੀਂ 5 ਵਾਰਡਾਂ ਤੋਂ ਸ਼ੁਰੂ ਕੀਤਾ। ਦੇਖੋ ਤੁਸੀਂ ਇਹਨੂੰ ਕਹਿੰਦੇ ਪਾਇਲਟ ਪ੍ਰੋਜੈਕਟ ਹੁੰਦਾ ਹੈ ਇੱਕ ਜਾਂ ਦੋ, ਇੱਕ ਵਾਰਡ ਤੇ 2 ਵਾਰਡ ਤੇ ਤੁਸੀਂ ਆਧੇ ਤੇ ਜ਼ਿਆਦਾ ਬਰੈਂਪਟਨ ਕਵਰ ਕਰ ਦਿੱਤਾ, ਕਿਉਂਕਿ और वार्ड ਕਿਹੜੇ ਭਾਜੀ है, 1 नंबर वार्ड जी, 3 नंबर, 4 नंबर, 5 नंबर ते 7 नंबर जी। तो इन वार्ड मैंने कहा भी ये पायलट प्रोजेक्ट 1 या 2 वार्ड तुसी करदे, उसका तुसी फीडबैक लोगों ते लेंदे जी। और तुसी इन्ना बड़ा जो पायलट प्रोजेक्ट शुरू किया है, उसके बाद तुसी लोगों ने कोई कंसल्टेशन नहीं की, तो ना कोई टाउन हॉल नहीं की, लोगों ने एडवर्टाइज नहीं किया। लोगों ने एक्चुअली जिन लोगों ने ESA का सर्टिफिकेट देना सी, जिन्होंने HVAC का, उन्होंने नहीं पता कि भी साडे कोल जो है ना भी आ जो चीज़ है जी किस तरह करनी है। बेसिकली ये जो प्रोग्राम है बहुत जल्दी से लिया गया था विदाउट लोगों से कंसल्ट करके। तो असी इन्हीं भी के सिटी के खिलाफ है, साडा कोई मोटिव नहीं असी सिटी के खिलाफ है। असी चाहते हैं कि भी जो रूल एंड रेगुलेशंस हैं वो प्रॉपर लागू होनी चाहिए। और इस बीच की है, इस बीच प्राइवेसी एक्ट का भी जो है ना वो हनन होता है, और जो ह्यूमन राइट का भी कोड का हनन होता है, और इतने जो है ना काफ़ी और जो है रेजिडेंशियल टेनेंट एक्ट का उसका भी होता है। देखिए कोई भी एग्रीमेंट है, जब आप सिटी दी है भी जब एप्लीकेशन आप सबमिट करनी है, जब आप वैबसाइट जाते हैं फाइनली साढ़े तो कंसेंट मांगते हैं। कंसेंट का मतलब की है कि सिटी ऑफ ब्रैम्पटन के जो बाइला ऑफिसर है वो कदे भी ਤੁਹਾਡੀ प्रॉपर्टी ਦਾ विद और विदाउट वारंट जा सकते हैं जी। देखिए
विद और विदाउट कदों भी जा सकते हैं। देखिए मैं जो एग्रीमेंट करता, मान लो हाँ जी। मैं कंसेंट देता, तो मैं सिटी ਨੂੰ ਦਿੰਦਾ ਐਜ਼ ए ਹੋਮ ਓਨਰ कि जी। भी मैं मेरा ही घर है, मैं सिटी ਨੂੰ कंसेंट ਦਿੰਦਾ। हम्म। अब मान लो मैंने पता भी मैं लाइसेंस लेना है, तो लाइसेंस लेने का मतलब ये है मैंने रेंट ਤੇ ਦੇਣਾ। जी बिल्कुल। अब मैं रेंट ਤੇ ਦੇਣਾ है तो मेरे ਉੱਥੇ ਕੀ ਆ ਗਿਆ, ਉੱਥੇ ਫਿਰ ਮੈਂ ਬਣ ਗਿਆ ਜੋ है लैंडलॉर्ड, क्योंकि मैं गाह किसी ਨੂੰ देना है, लीज ਤੇ देना है, तो ਉੱਥੇ जो कंसेंट है वो नल एंड वाइड हो जाती है, क्योंकि आरटीए एक्ट के अंदर ये जो चीज़ है ये वायलेशन कर दी है। क्योंकि एज ए लैंडलॉर्ड अगर घर से कोई प्रॉब्लम है, एमरजेंसी में छोड़कर मैं भी उत्थे नहीं जा सकता, जी। तो मैं कंसेंट किस तरह दे सकता है, मेरी कंसेंट किस तरह वैलिड होंगी है, वो वैलिड हो ही नहीं सकती, क्योंकि उत्थे तो टेनेंट रहता है। हाँ जी टेनेंट ने सिटी नाल कोई कंसेंट नहीं देती। तो बिल्कुल। इसका जो आरटीए के अंदर है, जो रेजिडेंशियल टेनेंटी एक्ट है, उसका बहुत वायलेशन होता है। और वो जो लीज है, अगर इस तरह की कोई कंसेंट होती है, मैं लीज करता भी है, तो वो जो है लैंड जो मेरा एग्रीमेंट है वो नल एंड वाइड हो जाता है। तो ये चीज़ा नहीं कि भी ਅਸੀਂ इस चीज़ के खिलाफ नहीं हाँ, लेकिन हाँ इस जी। बाहर बहुत सारे इशू हैं, जब तक वो इशू रिजोल्व नहीं किए जाते तब तक इसका कोई मतलब नहीं है, क्योंकि एक फाइनेंशियल बर्डन है, एक हैडक है। ਅਸੀਂ ਸਿਟੀ ਨੂੰ ਇਹੀ ਕਹਿੰਦੇ ਆ ਵੀ ਤੁਸੀਂ ਪਾਇਲਟ ਪ੍ਰੋਜੈਕਟ ਲੈ ਕੇ ਆਣਾ है, तो ਤੁਸੀਂ ਪਾਇਲਟ ਪ੍ਰੋਜੈਕਟ ਲੈ ਕੇ ਆਓ ਕਿ ਜੋ ਨੋਨ ਕੰਪਲਾਇੰਟ ਯੂਨਿਟ ਹੈ। ਦੇਖੋ ਅਸੀਂ ਸਿਟੀ ਨੂੰ ਕਹਾ ਤੁਸੀਂ ਇਲੀਗਲ ਯੂਨਿਟ ਨਹੀਂ ਕਹਿ ਸਕਦੇ। हाँ जी। ਕੋਈ ਵੀ ਮਿਊਨਿਸਪੈਲਿਟੀ ਬਰੈਂਪਟਨ ਨੂੰ ਛੱਡ ਕੇ ਇਲੀਗਲ ਬੇਸਮੈਂਟਾਂ ਨਹੀਂ ਕਹਿੰਦੀ ਜਾਂ ਇਲੀਗਲ ਡਿਵੈਲਿੰਗ नहीं कहती, जी। वो कहती नॉन कंप्लाइंट। हम्म। मतलब बनी है, लेकिन ਤੁਸੀਂ ਜੋ ਸਿਟੀ के नॉर्म है, सिटी के जो कोड्स है ਤੁਸੀਂ ਫੋਲੋ ਨਹੀਂ ਕੀਤਾ। ਉਹਦੇ ਅਕੋਰਡਿੰਗ तो ਰਹੇਗੀ। ਅਸੀਂ ਇਹ ਕਹਿੰਦੇ ਵੀ ਤੁਸੀਂ ਅਗਰ ਕਰਨਾ ਹੈ ਤਾਂ ਤੁਸੀਂ ਇੱਕ ਪਾਇਲਟ ਪ੍ਰੋਜੈਕਟ ਲੈ ਕੇ ਆਓ ਵੀ ਜੋ ਨॉन ਕੰਪਲਾਇੰਟ ਯੂਨਿਟ है, ਆਪਾਂ ਇਹਨਾਂ ਨੂੰ ਸਾਰੇ ਮਿਲ ਕੇ ਗੱਲ करके मिनिमम एक्सपेंसेज के साथ लोगों को ज़्यादा मिनिमम डिस्टर्बेंस के साथ आप इस चीज़ ਨੂੰ ना आगे बढ़ाइए। जो नॉन कंप्लाइंट है उन्होंने कंप्लाइंट कर। देखो सेफ्टी हर एक की जरूरी है, जी। सेफ्टी एंड सिक्योरिटी। देखो कोई भी, चाहे मैं रहता है, मेरी फैमिली रहती है, या कोई टेनेंट रहता है, अगर घर से कोई फायर कोड का वायलेशन होता है या फायर कोड का वो चीज़ गलत है, क्योंकि जान माल सब किसी की भी वो गलत होती है। जी। तो ਅਸੀਂ ਆਹੀ ਸਿਟੀ ਨੂੰ ਕਹਿੰਦੇ ਵੀ ਇਹ प्रोग्राम जो आरआरएल जो है ये हैडक होगा बीच, क्योंकि आज तक भी इसके ऊपर जो है ना करीब सानू सुनने ਚ ਆਇਆ कि 1.2 मिलियन ਦੀ ਐਡਮਿਨ ਕੋਸਟ ਆਣੀ ਹੈ। जी। तो वही ਕੋਸਟ ਇਹਨੂੰ ਛੱਡ ਕੇ ਅਗਰ ਆਪਾਂ ਉਹਨੂੰ ਹੈਲਥ ਸੇਫਟੀ ਐਂਡ ਸਿਕਿਉਰਿਟੀ ਤੇ ਲਾ ਸਕਦੇ ਹਾਂ, ਉਹਨੂੰ ਸਨੋਰੀ ਮੋਲ ਤੇ ਵੀ ਲਾ ਸਕਦੇ ਹਾਂ, ਉਹਨਾਂ ਨੂੰ ਹੈਲਥ ਕੇਅਰ ਤੇ ਵੀ ਲਾ ਸਕਦੇ ਹਾਂ, ਤਾਂ ਆਪਣੇ ਕੋਲ ਬਹੁਤ ਸਾਰੀ ਇੱਥੇ ਚੀਜ਼ਾਂ ਹੈ ਜੋ ਬਰੈਂਪਟਨ 'ਚ ਕਰਨ ਵਾਲੀ ਹੈ। ਬਰੈਂਪਟਨ ਵਿੱਚ ਤੁਹਾਨੂੰ ਪਤਾ ਹੈ ਜਗਬਾ ਜੀ, ਇੱਥੇ ਬੜੇ ਇਸ਼ੂਜ਼ ਹੈ। जी बिल्कुल। एक नहीं है, बहुत इश्यूज हैं। बेसिकली ये जो प्रोजेक्ट है, जो ये लैन नाल जो मेन मुद्दे हैं ब्रैम्पटन दे, जैसे सेफ्टी एंड सिक्योरिटी ਦਾ ਤੁਹਾਨੂੰ ਪਤਾ ਵੀ ਕਿੰਨਾ ਇੱਥੇ ਕਾਨੂੰਨ ਦਾ ਬੁਰਾ ਕਾਰ ਹਾਲ ਹੈ ਥੈਫਟ ਇੱਥੇ, हो गया, है ब्रेक ना। इन्स हो गए। ब्रेक इन होगी, बिल्कुल। जो ना कार थेफ्ट होगी, रोबरीज होगी, और रोड के देख लो, रोड चेज देख लो। तो ये चीज़ उसके बाद ब्रैम्पटन तो कोई जज की यूनिवर्सिटी नहीं है, बिल्कुल। ਇੱਥੇ ਹੈਲਥ ਕੇਅਰ ਐਮਰਜੈਂਸੀ ਤਾਂ ਹੈ। तो बेसिकली और बहुत सारी चीज़ है जो ब्रैम्पटन वास्ते करने की लोड़ है। इस प्रोग्राम ਨੂੰ ਲੈ ਕੇ ਲੋਕਾਂ ਨੂੰ डिवाइड करके देखिए, ये जो है 5 ਵਾਰਡ ਲਾਗੂ ਕੀਤਾ, हाँ जी। 5 ਵਾਰਡ ਛੱਡ ਦਿੱਤੇ, ਤਾਂ ਕਿ ਸਿਟੀ ਇਹ ਬਰੈਂਪਟਨ ਇਹ ਚਾਹੁੰਦਾ ਹੈ ਕਿ ਵੀ ਜੋ ਜਿੱਥੇ 5 ਵਾਰਡਾਂ ਤੇ ਛੱਡ ਦਿੱਤਾ, ਉਹ ਤਾਂ ਲੋਕ ਕਹਿੰਦੇ ਸਾਡੇ ਏਰੀਆ ਤਾਂ ਹੈ ਨਹੀਂ ਜੀ, ਉਹ ਬੋਲੂਗੇ नहीं। जिथे 5 वार्ड तो होया है वो उसके रेजिडेंट वो परेशान है। तो ये कहते हैं कि भी जो एक प्रोग्राम है अगर लेके आना सी तो पूरा ब्रैम्पटन से लेके आना चाहिए सी। 5 वार्ड से नहीं लेके आना चाहिए। अगर लेके आना चाहिए तो 1 वार्ड से लेके आते, 2 वार्ड से ले, अगर पायलट प्रोजेक्ट होता। तो ये जो सिटी का है ये डिवाइड एंड रूल का है कि भी आधे लोग बोलोगे आधे नहीं बोलोगे। तो इस बीच लोगों को समझने की लोड़ है। बहुत सारे लोग इस तरह हैं अपने श्रोते दर्शक, उन्होंने ये पता ही नहीं भी ये प्रोग्राम है की, जी, है ना। उन्होंने आज तक इस चीज़ का नहीं पता। तो ਅਸੀਂ ਕਹਿੰਦੇ ਵੀ ਸਿਟੀ ਨੂੰ ਅਗਰ ਤੁਸੀਂ सबसे पहले ਤੁਸੀਂ ਆਓ, ਤੁਸੀਂ ਲੋਕਾਂ ਨਾਲ ਕੰਸਲਟ ਕਰੋ। बिल्कुल। 7 ਲੱਖ ਦੀ ਆਫੀਸ਼ੀਅਲ ਪਾਪੂਲੇਸ਼ਨ ਹੈ ਇੱਥੇ जी। ਉਸ ਤੋਂ ਵਾਧੂ ਹੈ ਆਫੀਸ਼ੀਅਲ ਉਸ ਤੋਂ ਵੱਧ ਪਾਪੂਲੇਸ਼ਨ। ਹੈ ਜੀ। ਤੁਸੀਂ 7 ਲੱਖ ਲੋਕਾਂ ਨੂੰ ਨੋਟਿਸ ਭੇਜੋ, ਗੱਲਬਾਤ ਕਰੋ, ਤੁਸੀਂ ਟਾਊਨ ਹਾਲ ਕਰੋ। और देखिए जब तक लोगों को अवेयर नहीं करांगे उस प्रोग्राम का कोई मतलब नहीं होता, क्योंकि लोगों को पता ही नहीं भी प्रोग्राम की है। प्रोग्राम जो बनाए जाते हैं वो सिटी हाल तक बैठ के नहीं बनाए जाने चाहिए। वो लोगों बीच जाके लोगों की सुन के भी लोग की चाहते हैं। देखो कोई भी बंदा, मैं एज ए होम ओनर, मैं ये कहता कि भी मैं एज ए होम ओनर मैं कदे नहीं चाहूँगा भी मेरा घर डर्टी हो, भी मेरा जो टेनेंट है उन्हें साफ सुथरा ना रखूँ। तो ये सारी काफ़ी चीज़ें हैं जो RRL बीच जो है ना जो चीज़ें हैं। और ਪਿੱਛੇ ਤੁਸੀਂ ਦੇਖਿਆ ਹੋਗਾ ਕਿ ਅਸੀਂ ਇੱਕ ਟਾਊਨ ਹਾਲ ਮੀਟਿੰਗ ਵੀ ਕੀਤੀ ਸੀ ਗਵਰਨਮੈਂਟ ਸੈਂਟਰ ਤੇ। ਉੱਥੇ 300 350 ਜੋ ਹੋਮ ਓਨਰ ਆਏ ਸੀ, ਮੈਂ ਲੈਂਡਲੋਰਡ ਨਹੀਂ ਕਹਿੰਦਾ, ਹੋਮ ओनर आए सी जिनके जेन्युइन कंसर्न, जो लोग उत्थे आए सी सब दी जो डिवेलिंग से सबकी कंप्लाइंट है। किसी की नॉन कंप्लाइंट यूनिट है जो जिन्होंने उत्थे आए थे। फिर ਅਸੀਂ सिटी हाल भी गए। सिटी हाल च भी ਅਸੀਂ जाके जो अपना डेलीगेशन लेके गए। तो पहले गल तो है भी सिटी हाल ਵਿੱਚ ਸਾਨੂੰ ਇੱਕ ਵਧੀਆ ਰਿਸਪੌਂਸ ਨਹੀਂ ਮਿਲਿਆ ਸਿਟੀ ਕਾਉਂਸਲ ਦਾ। ਉੱਥੇ
बेसिकली मैं ये कहूँगा भी जो डेलीगेट थे उनका मजाक मजाक ਉਡਾਇਆ ਜਾਂਦਾ, ਉਨकी ਬੋਡੀ ਲੈਂਗੁਏਜ ਤੋਂ ਵਧੀਆ ਨਹੀਂ ਸੀ, ਉਹ ਚਾਹੁੰਦੇ ਸੀ ਵੀ ਇਹ ਕਿੱਥੇ ਕਿੱਥੇ ਤਾਂ ਆ ਗਏ। ਜੀ ਜੀ। ਤੋ ਅਸੀਂ ਉੱਥੇ ਫਿਰ ਜਾ ਕੇ ਅਸੀਂ ਡੈਲੀਗੇਸ਼ਨ ਨੂੰ ਕੈਂਸਲ ਕੀਤਾ ਲੰਚ ਟਾਈਮ ਤੇ, ਫਿਰ ਅਸੀਂ ਪ੍ਰੋਟੈਸਟ ਕੀਤਾ। ਔਰ ਉਸ ਪ੍ਰੋਟੈਸਟ के बाद सिटी ऑफ ब्रैम्पटन के जो अपने मेयर हैं उन्होंने एक स्टेटमेंट दी थी सलम लैंडलॉर्ड। बेसिकली मैं सिटी काउंसिल ने ये दसना चाहता कि ब्रैम्पटन के जो होम ओनर हैं, लैंडलॉर्ड नहीं कहूँगा होम ओनर, क्योंकि आप ऊपर रहते नीचे रेंट से देंगे, आप लैंडलॉर्ड नहीं हो गए उत्थे। जी जी। बेसिकली आप तो अपनी रोजी रोटी जो भी अपना गुजारा करने वास्ते आप बेसमेंट ਨੂੰ ਰੈਂਟ ਤੇ ਦਿੰਦੇ ਆ, ਅਸੀਂ ਸਲਮ ਨਹੀਂ ਆ। ਔਰ ਆਜ਼ਾਦ ਭਾਜੀ, ਕਿਉਂਕਿ ਬਹੁਤੇ ਲੋਕ ਸਾਡੇ ਕਈਆਂ ਨੂੰ ਇਹ ਸਮਝ ਨਹੀਂ ਆਉਣਾ ਵਰਡ ਜੀ ਸਲਾਮ ਲੈਂਡਲॉर्ड, ਯਾ ਇਹਨੂੰ ਤੁਸੀਂ ਪੰਜਾਬੀ ਚ ਸਮਝਾਓ, ਫੇਰ ਲੋਕਾਂ ਦੇ ਦਿਮਾਗ 'ਚ ਫਿੱਟ ਬੈਠੂਗਾ। ਦੇਖੋ ਜੀ, ਸਲਮ ਦਾ ਮਤਲਬ ਹੁੰਦਾ ਹੈ ਆਪਾਂ ਜੈਸੇ ਲੋਕ ਝੁੱਗੀ ਝੋਪੜੀ ਤੇ ਝੁੱਗੀਆਂ ਉੱਥੇ ਝੋਪੜੀਆਂ। ਮਤਲਬ ਝੁੱਗੀ ਝੋਪੜੀਆਂ ਤੇ ਰਹਿੰਦੇ, ਇਹਨਾਂ ਨੂੰ ਇਹ ਨਹੀਂ ਪਤਾ ਰਹਿਣਾ ਕਿਸ ਤਰ੍ਹਾਂ ਹੁੰਦਾ ਹੈ, ਗੰਦਗੀ 'ਚ ਰਹਿੰਦੇ ਹੈ, ਗੰਦਗੀ 'ਚ ਰਹਿੰਦੇ ਨੇ। ਗੰਦਗੀ, ਇਹਨਾਂ ਨੂੰ ਕੁਝ ਨਹੀਂ ਪਤਾ ਕਿ ਵੀ ਜੋ ਨਾ। तो बेसिकली जो सलम लैंडलॉर्ड है ये बहुत भैड़ा वर्ड है। ब्रैम्पटन ਦੇ ਜੋ ਵਾਸੀ ਹੈ ਉਹ ਕਦੇ ਇਹਨੂੰ एक्सेप्ट नहीं करते। और जो सिटी काउंसिल है, चाहे किसी काउंसलर ने बोला है या मेयर साहब ने बोला है, ये बहुत गलत वर्ड है, उन्होंने इस शब्द को वापस लेना चाहिए। और ब्रैम्पटन के जो कंप्लाइंट रेजिडेंट है, चाहे नॉन कंप्लाइंट रेजिडेंट भी है, उनसे ये उन्होंने पता नहीं उन्होंने किस तरह से इस चीज़ को करैक्ट करना है, ये चीज़ करैक्ट करनी चाहिए, क्योंकि अदरवाइज एक बहुत बड़ा इशू बनूगा। क्योंकि असी सलम लैंडलॉर्ड नहीं है, असी सलम होन ओनर नहीं है, असी ब्रैम्पटन के मेहनत करने वाले रेजिडेंट हाँ, जो अपना काम करके अपना घर चलाते हैं, अपने बच्चे पालते हैं। और देखिए जब कोविड होया सी तो ब्रैम्पटन की कितनी प्रेज होंदी सी जी। जो भी कोविड टाउन हॉल होंदी सी, कहते सी ब्रैम्पटन जो सप्लाई चेन मैनेजमेंट है वो ब्रैम्पटन के सिर पर चलता है, ब्रैम्पटन के रेजिडेंट बहुत बहुत मेहनती हैं। कोविड के टाइम पे भी लोग काम करते सी इत्थे। तो अब क्या हो गया कि जो ब्रैम्पटन के रेजिडेंट है वो सलम हो गए, ਉਹ ਸਲਮ ਲੈਂਡਲॉर्ड ਹੋ ਗਏ ਜੀ। ਔਰ ਆਜ਼ਾਦ ਭਾਜੀ, ਜਿਵੇਂ ਹੁਣ ਇਹਨੂੰ ਅਸੀਂ ਇਹ ਸਾਰੀਆਂ ਮੁਸ਼ਕਲਾਂ ਤੁਸੀਂ ਆ ਰਹੀਆਂ ਨੇ ਦੱਸਿਆ ਨੇ ਕਿ ਹਰੇਕ ਸਾਲ ਜਿੰਨੇ ਵੀ ਤੁਸੀਂ ਲਾਇਸੈਂਸ ਦੱਸਿਆ ਕਿ ਉਹਨਾਂ ਨੂੰ ਅਪਡੇਟ ਕਰਨੀਆਂ ਪੈਣੀਆਂ ਇਨਫੋਰਮੇਸ਼ਨ, ਹਰੇਕ ਸਾਲ ਉਹਨਾਂ ਖਰਚਾ ਜਿਹੜਾ ਹੋਮ ਓਨਰ ਦੇ ਉੱਪਰ ਪੈਣਾ ਹੈ। ਔਰ ਕੀ ਜਦੋਂ ਇਹਨੂੰ ਐਜ਼ ए RRL यूनिट रजिस्टर्ड हो जाएगी, ਇਹਦਾ ਪ੍ਰੋਪਰਟੀ ਟੈਕਸ ਦਾ ਵੀ ਫਰਕ ਪਵੇਗਾ ਕੋਈ ਅੱਗੇ ਜਾ ਕੇ? ਬਿਲਕੁਲ ਜੀ, ਜਦ ਆਪਾਂ ਮੰਨ ਲਓ ਕਿ ਕੋਈ ਵੀ ਆਪਣੀ ਡਿਵੈਲਿੰਗ ਹੈ ਉਹਨੂੰ ਕੰਪਲਾਇੰਟ ਕਰਦੇ ਹਾਂ ਤਾਂ ਪ੍ਰੋਪਰਟੀ ਟੈਕਸ ਇੱਥੇ ਜ਼ਰੂਰ बढ़ता है। ਪ੍ਰੋਪਰਟੀ ਟੈਕਸ ਆਲਰੇਡੀ ਸਿਟੀ ਲੈਂਦੀ ਹੈ, ਤਾਂ ਆਲਰੇਡੀ ਅਸੀਂ ਪ੍ਰੋਪਰਟੀ ਟੈਕਸ ਵਾਧੂ ਦਿੰਦੇ ਹਾਂ ਔਰ ਨਾਲੇ ਸਾਨੂੰ ਫੈਸਿਲਿਟੀ ਨਹੀਂ ਮਿਲਦੀ ਵੀ ਉਸ ਚੀਜ਼ ਦੀ। तो मैं यही कहूँगा भी जो ये RRL है ये सही नहीं है, क्योंकि सिर्फ इसके लीगल पॉइंट भी है ना, मैं लॉयर नहीं हाँ, लेकिन जिन्ना असी स्टडी किया ये वायलेशन है, ह्यूमन राइट का भी वायलेशन है, रेजिडेंशियल टैक्ट का भी, रेजिडेंशियल टेनेंसी एक्ट का भी वायलेशन करता है, और ये प्राइवेसी एक्ट का भी करता है। और आजाद जी, जे एज ए होम ओनर एक सिंगल होम ओनर आ, वो इस चीज़ ਨੂੰ ਕਿਵੇਂ ਚੈलेंज कर सकता? देखिए सिंगल होम ओनर है, मान लो देखो ये लाइसेंस ताही लेना है जब आप रेंट ਤੇ देना हो जी। अगर आप अपने घर तक खुद रहते तो ਆਪਾਂ ਨੂੰ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ जी। ਇਹ ਤਾਂ ਹੀ ਹੈ, ਮੰਨ ਲਓ ਆਪਣੇ ਕੋਲ ਵੀ ਆਪਣੇ ਕੋਲ ਇੱਕ ਤੋਂ ਜ਼ਿਆਦਾ ਘਰ ਹੈ, ਆਪਾਂ ਘਰ ਨੂੰ ਰੈਂਟ ਤੇ ਦਿੰਦੇ ਆ ਜਾਂ उसकी सेकंड बेसमेंट ਬਣੀ ਹੈ, ਤਾਂ ਹੀ ਇਹ ਚੀਜ਼ ਆਪਾਂ ਰਜਿਸਟ੍ਰੇਸ਼ਨ ਕਰਾਣੀ ਹੈ। ਜੋ ਸਿੰਗਲ ਵੈਸੇ ਜੋ ਬੰਦਾ ਖਰਚਾ ਰਹਿੰਦਾ ਉਹਨੂੰ ਲੋੜ ਨਹੀਂ ਹੈ ਇਹਨੂੰ ਰਜਿਸਟਰ ਕਰਾਉਣ ਦੀ। ਜੀ। ਔਰ ਇਹਦੇ ਵਿੱਚ ਹੁਣ ਤੁਸੀਂ ਕੌਂਸਲ ਦੇ ਵਿੱਚ ਤੁਸੀਂ ਗੈਦਰਿੰਗ ਕੀਤੀ ਸੀ, ਉੱਥੇ ਤੁਸੀਂ ਇਕੱਠ ਕੀਤਾ ਸੀ, ਔਰ ਸਾਡੇ ਜਿਹੜੇ ਸਿਟੀ ਕਾਉਂਸਲਰਸ ਨੇ ਇਹਨਾਂ ਦੇ ਵਿੱਚੋਂ ਕੋਈ ਇਸ ਚੀਜ਼ ਦੀ ਸਪੋਰਟ ਦੇ ਵਿੱਚ ਹੈ ਤੁਹਾਡੇ ਨਾਲ, ਔਰ ਸਾਰੇ वन साइडेड है और सिटी ਦੇ ਜਿਹੜੇ ब्रैम्पटोनियन ने वो वन साइडेड ने? देखिए ये जो सिटी काउंसिल का जो मुंह है ये पहले से ही डिवाइडिंग मुंह रहा है कि पहले तो मैं ये सिटी ते ये पूछता भाई 5 वार्ड ਤੁਸੀਂ ਕਿਉਂ ਛੱਡੇ? अगर ਤੁਸੀਂ क्योंकि अब जो 5 वार्ड जो थे ਉੱਥੇ जो ਰਿਪਰੈਜ਼ੈਂਟੇਟਿਵ ਹੈ ਉਹਨਾਂ ਨੂੰ ਉਹ ਕਹਿੰਦੇ ਵੀ ਸਾਡਾ ਤਾਂ ਓਪਟ ਆਊਟ ਹੈ, ਵੀ ਦੂਜੇ ਜੋ ਕਾਉਂਸਲਰ ਹੈ ਦੂਜੇ ਵਾਰਡਾਂ ਦੇ उनकी प्रॉब्लम सी, ਅਸੀਂ ਉਹਨਾਂ ਨੂੰ ਸਪੋਰਟ ਕੀਤਾ ਵੀ ਚਲੋ ਤੁਸੀਂ ਕਰਨਾ ਚਾਹੁੰਦੇ ਤੁਸੀਂ ਕਰ ਦਿਓ, लेकिन ਅਸੀਂ ਸਾਡੇ ਵਾਰਡ ਤੇ नहीं लागू करना क्योंकि ਸਾਡੇ ਵਾਰਡ तो लोड नहीं है इस चीज की। तो बेसिकली पहले से ही जो सिटी का जो रवैया है वो ढुलमुल रहा है। अपने जो काउंसलर है जब ਅਸੀਂ 1-to-1 गल करते हैं उनके नाल, कोई मैं काफी काउंसलर नाल गल की है, सिटी हाल भी गया है, मैं बाहर भी गल की है, फोन ते भी की है। बेसिकली अगर मैं कहां काफी सारे जो काउंसलर हैं वो इसके अगेंस्ट है जी। ਉਹ ਸਾਡੇ ਨਾਲ ਗੱਲ ਕਰਦੇ ਹੈ ਤਾਂ ਕਹਿੰਦੇ ਜੀ ਨਹੀਂ ਜੀ ਇਹ ਨਹੀਂ ਹੋਣਾ ਚਾਹੀਦਾ, ਅਸੀਂ ਸਪੋਰਟ ਨਹੀਂ ਕਰਦੇ। ਲੇਕਿਨ ਮੈਂ ਉਹਨਾਂ ਨੂੰ ਇਹੀ ਕਹਿੰਦਾ ਵੀ ਤੁਸੀਂ ਸਾਨੂੰ ਤਾਂ ਕਹਿੰਦੇ ਵੀ ਤੁਸੀਂ ਅਗੇਂਸਟ ਹੋ, ਤਾਂ ਸਿਟੀ ਕਾਉਂਸਲਰ ਜੋ ਕਹਿੰਦੇ ਵੀ ਅਸੀਂ ਅਗੇਂਸਟ ਆਈ ਸਾਰਾ ਲਗੇ, ਤੁਸੀਂ ਬਾਹਰ ਕਿਉਂ ਨਹੀਂ ਆਉਂਦੇ ਔਰ ਵੋਟ ਕਰੋ ਅਗੇਂਸਟ? ਬਿਲਕੁਲ, ਤੁਸੀਂ ਉਹਨੂੰ ਆਓ, ਤੁਸੀਂ ਲੋਕਾਂ ਨੂੰ ਕਹੋ ਵੀ ਨਹੀਂ ਅਸੀਂ ਇਹ ਗਲਤ ਹੈ, ਤਾਂ ਤੁਸੀਂ ਸਿਟੀ ਕਾਉਂਸਲ ਤੇ ਤੁਸੀਂ ਸਾਡੀ ਆਵਾਜ਼ ਬਣਾਓ ਜੀ। ਸਾਡੇ ਦੇਖੋ ਪਰਸਨਲ ਕੋਈ ਲੜਾਈ ਨਹੀਂ ਹੈ ਕਿਸੇ ਨਾਲ ਜੀ। ਅਸੀਂ ਦੇਖੋ ਮੈਂ ਇੱਥੇ ਬੈਠਾ ਨਾ ਤਾਂ ਮੇਰਾ ਜੋ ਘਰ ਹੈ ਉਸ ਵਾਰਡ ਚ ਆਂਦਾ, हाँ जी, जिस जो ये वार्ड में दसे हैं इस बीच मेरा नहीं आंदा,
और मेरी भी जो भी डिवेलिंग्स है वो कंप्लाइंट डिवेलिंग्स है। जी तो मैं इतने ब्रैम्पटन के जो लोग हैं जो ज्यादती हो रही है चाहे किसी के साथ हो, देखो जगबाजी मेरा ये है डॉक्टर आजाद गोयत का दिल है वो ब्रैम्पटन वास्ते जी रखता है। मैं हमेशा जिथे कम्युनिटी का इशू होंदा है मैं उत्थे बढ़ चढ़ के हिस्सा लेंदा है। मैं पहले भी अपने मेयर साहब नाल पीर पुलिस चीफ नाल मैं एक एक नहीं दो दो तीन टाउन हाल की है सेफ्टी एंड सिक्योरिटी विच। जी हैल्थ केयर का जिथे इशू आया सी मैं उत्थे बड़ा वोकल सी। मैं क्वीन पार्क तक जाके भूख हड़ताल भी की थी सेकेंड हॉस्पिटल वास्ते। और ब्रैम्पटन नीड यूनिवर्सिटी का मैं एक बहुत बड़ा मतलब एडवोकेट हाँ कह सकता कम्युनिटी एडवोकेट है कि सानू एक ब्रैम्पटन में यूनिवर्सिटी चाहिए हाँ जी और उत्थे मैडिकल स्कूल भी होना चाहिए सी। मैडिकल स्कूल तो चलो इत्थे आ गया लेकिन यूनिवर्सिटी सानू इत्थे नहीं मिली है। तो मैं हमेशा लोगों वास्ते ब्रैम्पटोनियन वास्ते जी जिन्ना मैं कर सकता हाँ जिन्ना मैं अवेयर कर सकता हाँ जो अपने रेजिडेंट वास्ते सही चीज़ नहीं है मैं हमेशा उस चीज़ ਨੂੰ उठांदा हाँ। और मैं लोगों ਨੂੰ यही कहता देखो कला मैं कुछ नहीं कर सकता जी कले जैकबाजी तुसी नहीं कर सकते कला कोई भी रेजिडेंट नहीं कर सकता। ये जो काज है ये सब का काज है ਆਪਾਂ ਨੂੰ मिल के देखो गलत गलत देखना और गलत सहना दोनों ही गलत है। ਜੀ ਔਰ ਆਜ਼ਾਦ ਜੀ ਜੇ ਹੁਣ ਅਸੀਂ ਗੱਲ ਕਰੀਏ ਕਿਉਂਕਿ ਤੁਸੀਂ ਆਲਰੇਡੀ ਕੰਪੇਨ ਇੱਕ ਚਲਾ ਰਹੇ ਹੋ ਔਰ ਜੇ ਆਮ ਲੋਕਾਂ ਨੇ ਕੋਈ ਤੁਸੀਂ ਇਦਾਂ ਦੀ ਕੋਈ ਪਟੀਸ਼ਨ ਬਣਾਈ ਹੋਵੇ ਕਿ ਪਟੀਸ਼ਨ ਸਾਈਨ ਕਰਕੇ ਸਿਟੀ ਨੂੰ ਵੱਧ ਤੋਂ ਵੱਧ ਦੱਸਿਆ ਜਾਵੇ ਕਿ ਲੋਕ ਇਹ ਚਾਹੁੰਦੇ ਹਨ ਜਾਂ ਲੋਕ ਨਹੀਂ ਚਾਹੁੰਦੇ ਕੋਈ ਇਦਾਂ ਦੀ ਪਟੀਸ਼ਨ ਤਿਆਰ ਕੀਤੀ ਹੈ ਔਰ ਲੋਕ ਕਿਵੇਂ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ देखिए ਨੇ जगबाजी बिल्कुल ਅਸੀਂ एक पटिशन लॉन्च की हुई है साढ़े ग्रुप ने। ਹਾਂਜੀ तो उस अगर तुसी change.org ਤੇ ਜਾਓਗੇ तो ਉੱਥੇ ਇੱਕ ਪਟੀਸ਼ਨ ਹੈ HALT HALT होल्ट रेजिडेंशियल रेंटल लाइसेंस इन ब्रैम्पटन पायलट प्रोग्राम। तो जितने भी श्रोता हैं जितने भी दर्शक हैं मैं अपना नंबर शेयर कर देंदा है ਜੀ मेरा नंबर है जी 647 999 9951। ਅਸੀਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ WhatsApp ਕਰ ਸਕਦੇ ਹੋ। ਤਾਂ ਮੈਂ ਤੁਹਾਨੂੰ ਅਗਰ ਲਿੰਕ ਦੀ ਲੋੜ ਹੈ ਤੁਹਾਨੂੰ ਲਿੰਕ ਨਹੀਂ ਮਿਲਦਾ ਉੱਥੇ ਜੀ change.org ਤੇ ਪਟੀਸ਼ਨ ਦਾ ਜੇ ਹੋਲਟ ਇੰਪਲੀਮੈਂਟੇਸ਼ਨ ਆਫ ਰੈਜ਼ੀਡੈਂਸ਼ੀਅਲ ਰੈਂਟਲ ਲਾइसेंस है तो ਜੀ मैं ਤੁਹਾਨੂੰ वो लिंक भेज सकता है। देखो आज आज तक इस पटिशन से आई थिंक मोर देन 7300 साइन हो चुके हैं। ਜੀ ਵਿਚ ਇਜ਼ ਲਾਈਕ ਇੰਨੇ ਨਹੀਂ ਇਹ ਹੁਣੇ ਵੱਧ ਚਾਹੀਦੇ 7300 ਆਈ ਮੀਨ ਕੰਪੇਅਰ ਟੂ ਬ੍ਰੈਂਪਟੋਨੀਅਨ ਲੋਕਾਂ ਨੂੰ ਇਟ ਮੀਨਸ ਜਾਂ ਤਾਂ ਆਪਾਂ ਲੋਕਾਂ ਤੱਕ ਪਟੀਸ਼ਨ ਹਾਲੇ ਤੱਕ ਪਹੁੰਚੀ ਨਹੀਂ ਪੂਰੀ बिल्कुल सही गल है ਜੀ जी। देखो ਔਰ ਤੁਹਾਡਾ ਫੋਨ ਨੰਬਰ ਮੈਂ ਇੱਕ ਵਾਰੀ ਰਿਪੀਟ ਕਰ ਦਿੰਦਾ 647 999 9951 ਜੀ जी जी ਜੀ 647 999 9951 ਡਾਕਟਰ ਆਜ਼ਾਦ ਗੋਇਤ ਜੀ ਦਾ ਨੰਬਰ ਹੈ। ਔਰ ਜੋ ਇਸ਼ੂ ਚੱਲ ਰਿਹਾ ਹੈ ਬ੍ਰੈਂਪਟਨ ਦੇ ਵਿੱਚ ਸਿਟੀ ਕੌਂਸਲ ਵੱਲੋਂ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਂਦਾ ਜਾ ਰਿਹਾ RRL ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸ ਆ ਜਿਹਦੇ ਨਾਲ ਕਿ ਹਰੇਕ ਉਹ ਘਰ ਪ੍ਰਭਾਵਿਤ ਹੋਵੇਗਾ ਜਿਹਦੀ ਬੇਸਮੈਂਟ ਰੈਂਟ ਤੇ ਆ ਜਾਂ ਉਹ ਤੁਹਾਡਾ ਸੈਕੰਡ ਘਰ ਹੈ ਇਨਵੈਸਟਮੈਂਟ ਵਾਲਾ ਹੈ ਉਹ ਘਰ ਤੁਹਾਡਾ ਰੈਂਟ ਤੇ ਆ ਹਰੇਕ ਉਹ ਘਰ ਆ ਜਿਹੜਾ ਇਸ ਚੀਜ਼ ਤੋਂ ਪ੍ਰਭਾਵਿਤ ਹੋ ਰਿਹਾ। ਔਰ ਇਹਨੂੰ ਲੈ ਕੇ ਬ੍ਰੈਂਪਟਨ ਦੇ ਵਿੱਚ ਡਾਕਟਰ ਆਜ਼ਾਦ ਗੋਇਤ ਇਹਨਾਂ ਦੀ ਟੀਮ ਔਰ ਇਹ ਲੱਗੇ ਹੋਏ ਨੇ ਕਿ ਨਹੀਂ ਜੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੈ। ਕਾਫੀ ਜਿਵੇਂ ਤੁਸੀਂ ਸੁਣਿਆ ਕਿੰਨੀਆਂ ਚੀਜ਼ਾਂ ਦੀ ਇਹ ਵਾਇਲੈਂਟ ਵੀ ਕਰਦੀ ਆ ਹਿਊਮਨ ਰਾਈਟਸ ਨੂੰ ਵਾਇਲੇਟ ਕਰਦੀ ਆ ਔਰ ਟੈਨੈਂਟ ਦੇ ਰਾਈਟ ਆ ਉਹਨਾਂ ਨੂੰ ਵਾਇਲੇਟ ਕਰਦੀ ਆ ਔਰ ਇੱਕ ਹੋਮ ਓਨਰ ਦੇ ਉੱਪਰ ਹਰ ਸਾਲ ਦਾ ਵਾਧੂ ਦਾ ਖਰਚਾ ਜਿਹੜਾ ਉਹ ਪੈ ਰਿਹਾ ਕਿਉਂਕਿ ਕੁਝ ਕੁ ਅਪਡੇਟਸ ਸਿਟੀ ਵੱਲੋਂ ਇਦਾਂ ਦੀਆਂ ਸੈਟਅਪ ਕੀਤੀਆਂ ਗਈਆਂ ਨੇ ਕਿ ਜਿਹੜੀਆਂ ਕਿ ਹਰ ਸਾਲ ਤੁਹਾਨੂੰ ਐਜ਼ ਅ ਹੋਮ ਓਨਰ ਆ ਉਹ ਕਰਨੀਆਂ ਪੈਣੀਆਂ ਉਹ ਹਰ ਸਾਲ ਤੁਹਾਡਾ ਉਹ ਖਰਚਾ ਹੋਵੇਗਾ ਔਰ ਡਾਇਰੈਕਟਲੀ ਇਨਡਾਇਰੈਕਟਲੀ ਉਹ ਖਰਚਾ ਬਾਅਦ ਵਿੱਚ ਜੋ ਤੁਹਾਡਾ ਯੂਨਿਟ ਰੈਂਟ ਕਰ ਰਹੇ ਨੇ ਤੁਹਾਡੀ ਬੇਸਮੈਂਟ ਰੈਂਟਲ ਆ ਤੁਸੀਂ ਉਹਨਾਂ ਦਾ ਜਿਹੜਾ ਰੈਂਟ ਆ ਉਹ ਵਧਾਵੋਗੇ ਤੁਸੀਂ ਘਰ ਰੈਂਟ ਤੇ ਦਿੱਤਾ ਆਪਣਾ ਪੂਰਾ ਉਹਦਾ ਤੁਸੀਂ ਰੈਂਟ ਵਧਾਓਗੇ ਔਰ ਇਹ ਘੁੰਮਾ ਕੇ ਜੇ ਵੇਖਿਆ ਜਾਵੇ ਤਾਂ ਜੋ ਲੋਕ ਬੇਸਮੈਂਟ ਦੇ ਵਿੱਚ ਰਹਿੰਦੇ ਹੋਣਗੇ ਜੋ ਰੈਂਟਲ ਯੂਨਿਟ ਦੇ ਵਿੱਚ ਰਹਿੰਦੇ ਹੋਣਗੇ ਇਹ ਉਹਨਾਂ ਦੇ ਉੱਪਰ ਖਰਚਾ ਪੈਣਾ। ਬਟ ਹਾਂ ਇੱਕ ਵਾਧੂ ਦੀ ਹੈਡਿਕ ਜ਼ਰੂਰ ਹੈ ਵਾਧੂ ਦਾ ਪੇਪਰ ਵਰਕ ਜ਼ਰੂਰ ਹੈ ਔਰ ਖਾਸ ਕਰਕੇ ਫਿਰ ਇਹ ਬਰੈਂਪਟਨ ਨੂੰ ਹੀ ਕਿਉਂ ਚੁਣਿਆ ਗਿਆ ਔਰ ਮਿਸੀਸਾਗਾ ਵਰਗਾ ਸ਼ਹਿਰ ਹੈ ਜਿੱਥੇ ਕਿ ਬਹੁਤ ਵੱਡੀ ਪੋਪੂਲੇਸ਼ਨ ਆ ਵਾਨ ਵਰਗੇ ਸ਼ਹਿਰ ਨੇ ਟੋਰਾਂਟੋ ਵਰਗੇ ਸ਼ਹਿਰ ਨੇ ਔਰ ਬਰੈਂਪਟਨ ਨੂੰ ਹੀ ਇਦਾਂ ਦੀਆਂ ਚੀਜ਼ਾਂ ਦੇ ਲਈ ਕਿਉਂ ਚੁਣਿਆ ਜਾਂਦਾ ਔਰ ਲੋਕਾਂ ਨੇ ਜਿਨ੍ਹਾਂ ਨੇ ਵੀ ਤੁਸੀਂ ਪਟੀਸ਼ਨ ਉਹ ਸਾਈਨ ਕਰਨੀ ਆ ਫੋਨ ਨੰਬਰ ਮੈਂ ਡਾਕਟਰ ਆਜ਼ਾਦ ਗੋਇਤ ਜੀ ਦਾ ਇੱਕ ਵਾਰੀ ਫੇਰ ਦੇ ਰਿਹਾ 647 999 9951 647 999 9951 ਇਹ ਨੰਬਰ ਹੈ ਡਾਕਟਰ ਆਜ਼ਾਦ ਗੋਇਤ ਜੀ ਦਾ ਔਰ change.org ਦੇ ਉੱਪਰ ਜਾ ਕੇ ਹਾਲਟ ਕਰਕੇ ਅੱਗੇ ਇੱਕ ਖੁੱਲੇਗੀ ਇੰਪਲੀਮੈਂਟੇਸ਼ਨ ਆਫ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸ ਜੀ। ਸੋ ਇਹ ਵੈਬਸਾਈਟ ਹੈ ਇਹ ਖੁੱਲੇਗੀ ਪਰ ਜੇ ਤੁਸੀਂ ਨਹੀਂ ਵੀ ਨੋਟ ਕਰ ਪਾ ਰਹੇ ਡਾਕਟਰ ਆਜ਼ਾਦ ਗੋਇਤ ਜੀ ਨੂੰ ਤੁਸੀਂ ਗੱਲਬਾਤ ਕਰ ਸਕਦੇ ਹੋ
ਔਰ ਆਜ਼ਾਦ ਜੀ, ਜੇ ਹੁਣ ਨੈਕਸਟ ਸਟੈਪ ਤੁਹਾਡਾ ਕੀ ਹੈ, ਜੇ ਆਪਾਂ ਇਹਨੂੰ ਰੈਪ ਅਪ ਕਰੀਏ, ਔਰ ਤੁਸੀਂ ਕੋਈ ਦੁਬਾਰੇ ਕੋਈ ਗੈਦਰਿੰਗ ਕਰ ਰਹੇ ਹੋ ਸਿਟੀ ਹਾਲ ਦੇ ਵਿੱਚ ਜਾਂ ਕੀ ਕਰ ਰਹੇ ਹੋ? देखिए, सबसे पहले मैं एक अपडेट देना चाहता अभी सिटी हॉल ने ये जो पायलट प्रोजेक्ट है ये मार्च तक हॉल्ट कर ਦਿੱਤਾ ਜੀ क्योंकि उन्होंने खुद लग गया कि भी ये जो है ना ਹਿਊਮਨ ਰਾਈਟ ਦਾ ਉਨਕਾ ਵਾਇਲੇਸ਼ਨ ਹੈ। ਜੀ तो आज की डेट में उन्होंने पाज ਕੀਤਾ ਹੋਇਆ ਹੈ। ਉਹ ਕਹਿੰਦੇ ਵੀ ਅਸੀਂ ਇਸ ਵਿੱਚ ਅਪਡੇਟ ਲੈ ਕੇ ਆਣੇ ਲੇਕਿਨ ਇਹਨੂੰ ਬੰਦ ਨਹੀਂ ਕਰਨਾ। ਹੂੰ तो ਅਸੀਂ ਜੋ ਵੀ ਗਾਂ ਗੈਦਰਿੰਗ ਕਰਨੀ ਹੈ ਅਸੀਂ ਬਿਲਕੁਲ ਤੁਹਾਡੇ ਸ਼ੋਅ ਕੇ ਰਾਹੀਂ ਵੀ ਅਨਾਉਂਸ ਕਰਾਂਗੇ ਕਿ ਵੀ ਜੀ ਸਾਡੀ ਕਿੱਥੇ ਅਸੀਂ ਮੀਟਿੰਗ ਕਰਨੀ ਹੈ, ਕਦੋਂ ਸਿਟੀ ਹਾਲ ਜਾਣਾ ਹੈ। ਤਾਂ ਇੱਕ ਤਾਂ ਇਹ ਅਪਡੇਟ ਹੈ ਵੀ ਸਿਟੀ ਹਾਲ ਨੇ ਉਹ ਕਹਿੰਦੇ ਵੀ ਕ੍ਰਿਮੀਨਲ ਰੈਕਡ ਚੈੱਕ ਦੀ ਲੋੜ ਨਹੀਂ ਹੈ ਔਰ ਜੀ ਬਾਕੀ ਵੀ ਜੋ ਸਾਡੇ ਕੰਸਰਨ ਹੈ ਉਹਨਾਂ ਨੂੰ ਅਕੋਮੋਡੇਟ ਕਰਾਂਗੇ। ਲੇਕਿਨ ਸਾਡਾ ਕੁਐਸਚਨ ਇਹੀ ਹੈ ਕਿ ਵੀ ਇਹ ਬਹੁਤ ਸਾਰੇ ਜੋ ਸਟੈਚੂਜ਼ ਹੈ, ਬਹੁਤ ਸਾਰੇ ਜੋ ਐਕਟ ਹੈ ਉਹਨਾਂ ਨੂੰ ਵਾਇਲੇਟ ਕਰਦਾ ਹੈ। ਜਦ ਤੱਕ ਤੁਸੀਂ ਸਾਨੂੰ ਇਹ ਸੈਟੀਸਫਾਈ ਨਹੀਂ ਕਰ ਦਿੰਦੇ ਕਿ ਵੀ ਇਹ ਵਾਇਲੇਸ਼ਨ ਨਹੀਂ ਕਰੂਗਾ। ਜੀ ਦੇਖੋ ਅਸੀਂ ਸਿਟੀ ਵ ਬਰੈਂਪਟਨ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ। ਸਾਡੀ ਬਿਲਕੁਲ ਕੋਈ ਪਰਸਨਲ ਦੁਸ਼ਮਣੀ ਨਹੀਂ ਹੈ, ਕੋਈ ਪਰਸਨਲ ਉਹ ਨਹੀਂ ਵੀ ਸਿਟੀ ਕੇ ਅਗੇਂਸਟ ਖੜਿਆ ਹੋਣਾ। ਜੀ ਦੇਖੋ ਕੋਈ ਵੀ ਚੀਜ਼ ਸੋਲੂਸ਼ਨ ਹੈ ਹੁੰਦਾ ਹੈ ਉਹ ਮਿਲ ਕੇ ਹੁੰਦਾ, ਗੱਲ ਕਰਕੇ ਹੁੰਦਾ। ਹਾਂਜੀ ਇਹ ਨਹੀਂ ਵੀ ਅਸੀਂ ਆ ਕੇ ਮੀਡੀਆ ਰਾਹੀਂ ਆਪਣੀ ਗੱਲ ਕਰ ਲੈਂਦੇ ਹਾਂ ਜਾਂ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਕਰ ਲੈਂਦੇ ਹਾਂ। ਸਿਟੀ ਹਾਲ ਵਾਲੇ ਆਪਣੀ ਗੱਲ ਕਰ ਜਾਂਦੇ हैं। ਜੀ तो सिटी हाल ने ये सोचना पैना है कि भी किसी भी चीज़ का सोल्यूशन ਤਾਂ ਹੀ ਹੋ ਸਕਦਾ ਹੈ जब ਰੈਜ਼ੀਡੈਂਟ ਨਾਲ ਮਿਲ ਕੇ ਕੋਈ ਕੰਮ ਕੀਤਾ ਜਾਊ। तो ਅਸੀਂ ਇੱਕ ਟਾਊਨ ਹਾਲ ਕਰਾਂਗੇ ਬਿਲਕੁਲ ਬੜੀ। ਅਸੀਂ ਹਰੇਕ ਕਾਉਂਸਿਲ ਮੈਂਬਰ ਨੂੰ ਉੱਥੇ ਪਰਸਨਲੀ ਇਨਵਾਈਟ ਕਰਾਂਗੇ ਜੀ ਕਿਉਂਕਿ ਸਿਟੀ ਹਾਲ ਤੇ ਜਦ ਅਸੀਂ ਜਾਂਦੇ ਹਾਂ ਅਸੀਂ ਉੱਥੇ ਬੋਲ ਸਕਦੇ ਹਾਂ, ਅਸੀਂ ਕੁਐਸਚਨ ਨਹੀਂ ਕਰ ਸਕਦੇ। ਅਸੀਂ ਚਾਹੁੰਦੇ ਹਾਂ ਕਿ ਵੀ ਅਸੀਂ ਉਹਨਾਂ ਨੂੰ ਕੁਐਸਚਨ ਕਰ ਸਕੀਏ। ਤਾਂ ਜੀ ਅਸੀਂ ਆਪਣੇ ਲੈਵਲ ਤੇ ਇੱਕ ਬੜੀ ਟਾਊਨ ਹਾਲ ਕਰਾਂਗੇ, ਸਾਰੇ ਬਰੈਂਪਟੋਨੀਅਨ ਨੂੰ ਇਨਵਾਈਟ ਕਰਾਂਗੇ, ਜਿੰਨੇ ਵੀ ਭੈਣ ਭਰਾ ਹੈ ਜਿਨ ਕੋਲ ਟਾਈਮ ਹੈ ਪਲੀਜ਼ ਆਪ ਤੁਸੀਂ ਜ਼ਰੂਰ ਆਉਣਾ ਹੈ ਕਿਉਂਕਿ ਇਹ ਜੋ ਲੜਾਈ ਹੈ ਇਹ ਜੋ ਸਿਟੀ ਨਾਲ ਜੋ ਜੋ ਇਹ ਡਿਸਕਸ਼ਨ ਹੈ ਇਹ ਮੈਂ फाइट का नाम नहीं देता क्योंकि फाइट नहीं है। ਜੀ ਜੀ बेसिकली एक कन्फ्लिक्ट्स है साडा जो जो मतलब ਵਿਚਾਰ ਸਾਡੇ ਮਿਲਦੇ ਨਹੀਂ। ਤਾਂ ਇਸ ਵਿੱਚ ਕੋਈ ਵੀ ਮੀਟਿੰਗ ਹੋਗੀ ਮੈਂ ਜਿੰਨੇ ਵੀ ਦਰਸ਼ਕ ਹੈ ਜਿੰਨੇ ਵੀ ਸਰੋਤਾ ਹੈ ਉਹਨਾਂ ਨੂੰ ਸਭ ਨੂੰ ਜਗਬਾਜੀ ਤੁਹਾਨੂੰ ਵੀ ਕਹੂੰਗਾ ਕਿ ਵੀ ਜੀ ਸਾਡੀ ਮੀਟਿੰਗ ਇਸ ਚੀਜ਼ ਨੂੰ ਮੈਂ ਆ ਕੇ 5 ਮਿੰਟ ਆ ਕੇ ਬੋਲ ਕੇ ਵੀ ਜਾਵਾਂਗੇ ਜੀ ਵੀ ਫॉर ਸਾਡੀ ਆਹ श्योर जी ਮੀਟਿੰਗ ਸਾਨੂੰ ਸਪੋਰਟ हम्म ਕਰੋ। तो ਅਪਡੇਟ ਫਿਲਹਾਲ ਇਹੀ ਹੈ ਕਿ ਵੀ ਉਸ ਵਿੱਚ ਅਭੀ ਉਹਨਾਂ ਨੇ ਹੋਲਡ ਕੀਤਾ ਹੈ। ਲੇਕਿਨ ਮੈਂ ਦੂਜੀ ਗੱਲ ਇਹੀ ਕਹਿੰਦਾ ਹਾਂ ਕਿ ਵੀ ਸਿਟੀ ਆਫ ਬਰੈਂਪਟਨ ਨੂੰ ਜਾਂ ਸਿਟੀ ਆਫ ਬਰੈਂਪਟਨ ਦੇ ਕਾਉਂਸਲਰ ਨੂੰ ਬਰੈਂਪਟੋਨੀਅਨ ਨੂੰ ਸਲਮ ਲੈਂਡਲੋਡ ਕਹਿਣ ਦਾ ਕੋਈ ਹੱਕ ਨਹੀਂ ਹੈ। जी इससे काफ़ी ब्रैम्पटोनियन हर्ट है। मैं और दूजे मीडिया ਤੇ ਵੀ ਗਿਆ ਹਾਂ ਸਾਰੇ ਕਹਿੰਦੇ ਜੀ ਇਹ ਵਰਡ ਹੀ ਗਲਤ ਹੈ ਕਿਉਂਕਿ ਅਸੀਂ ਸਲਮ ਨਹੀਂ ਹਾਂ, ਅਸੀਂ ਹਾਰਡ ਵਰਕਿੰਗ ਬਰੈਂਪਟੋਨੀਅਨ ਹੈ। ਸਾਡੇ ਕਲਰ ਨੂੰ ਦੇਖ ਕੇ ਸਾਨੂੰ ਸਲਮ ਕਹਿਣ ਦੀ ਤੁਸੀਂ ਕੋਈ ਨਹੀਂ ਕਿਉਂਕਿ ਇਹ ਜੋ ਹੈ ਇਹ ਹਿਊਮਨ ਰਾਈਟ ਦਾ ਵਾਇਲੇਸ਼ਨ ਹੈ। ਤੁਸੀਂ ਸਾਨੂੰ ਸਲਮ ਨਹੀਂ ਕਹਿ ਸਕਦੇ। ਕਿਸ ਬੇਸ 'ਤੇ ਤੁਸੀਂ ਸਾਨੂੰ ਸਲਮ ਕਹਿੰਦੇ ਹੋ? ਸਾਨੂੰ ਇਹ ਦੱਸੋ ਕਿ ਬਰੈਂਪਟਨ ਦੇ ਅਸੀਂ ਜੋ ਲੋਕ ਉਹ ਕਹਿੰਦੇ ਸੀ ਵੀ ਜਿੰਨੇ ਵੀ ਲੋਕ ਉੱਥੇ ਗਏ ਸੀ ਜਿਨ੍ਹਾਂ ਨੇ ਵੀ ਡੈਮੋਸਟ੍ਰੇਸ਼ਨ ਕੀਤਾ ਹੈ ਜੋ ਵੀ ਸਿਟੀ ਹਾਲ ਤੇ ਗਏ थे ਉਹ ਸਲਮ ਲੈਂਡਲੋਡ ਹੈ। ਸਲਮ ਲੈਂਡਲੋਡ वर screaming no, जी I want to tell the whole council, whole city council including mayor, no Mr. Mayor, we are the hard working Bramptonian resident, we are compliant Bramptonian, we are not violating any bylaws, we are the law abiding citizens, we are the law abiding residents of Brampton, Ontario, Canada, so don't tell us that we are slum। ਜੀ ਔਰ ਡਾਕਟਰ ਆਜ਼ਾਦ ਜੀ ਇੱਕ ਵਾਰ ਲਾਸਟ ਤੇ ਆਪਣਾ ਨੰਬਰ ਤੁਸੀਂ ਸਾਂਝਾ ਕਰ ਦਿਓ ਜੀ जी ਜਲਦੀ ਮੈਨੂੰ। जगबाजी मेरा सौखा सा नंबर है 647-999-9951। ਜੀ 647 999 9951 ਡਾਕਟਰ ਆਜ਼ਾਦ ਗੋਇਚੀ ਦਾ ਫੋਨ ਨੰਬਰ ਹੈ। ਔਰ ਤੁਸੀਂ ਇਹ ਜੋ ਕਰੰਟ ਇਸ਼ੂ ਚੱਲ ਰਿਹਾ ਬਿਟਵੀਨ ਸਿਟੀ ਔਰ ਬਰੈਂਪਟੋਨੀਅਨ ਔਰ ਇਹਦੇ ਨਾਲ ਤੁਸੀਂ ਗੱਲਬਾਤ ਇਹਨਾਂ ਜੀ ਨਾਲ ਕਰ ਸਕਦੇ ਹੋ। ਔਰ ਇਹਦਾ ਜੋ ਨੈਕਸਟ ਸਟੈਪ ਹੋਵੇਗਾ ਜੇ ਇਹਨਾਂ ਨੇ ਕੋਈ ਵੀ ਆਪਣੀ ਟਾਊਨ ਹਾਲ ਰੱਖੀ ਜਾਂ ਗੈਦਰਿੰਗ ਰੱਖੀ ਅਸੀਂ ਐਜ਼ ਅ ਮੀਡੀਆ ਤੁਹਾਡੇ ਨਾਲ ਅਪਡੇਟ ਕਰਦੇ ਰਹਾਂਗੇ। ਔਰ ਡਾਕਟਰ ਆਜ਼ਾਦ ਜੀ ਤੁਸੀਂ ਆਪਣਾ ਸਮਾਂ ਦਿੱਤਾ ਔਰ ਸਟੂਡੀਓ ਵਿੱਚ ਸਪੈਸ਼ਲ ਆਏ ਔਰ ਜੋ ਕਰੰਟ ਇਸ਼ੂ ਆ ਔਰ ਹਰ ਇੱਕ ਬਰੈਂਪਟਨ ਦੇ ਵਿੱਚ ਜੋ ਰਹਿੰਦਾ ਹੋਮ ਓਨਰ ਹੋਵੇ ਕੋਈ ਕਿਰਾਏਦਾਰ ਹੋਵੇ ਜੋ ਵੀ ਹੋਵੇ ਹਰ ਇੱਕ ਨਾਲ ਬੜਾ ਸਿੱਧੇ ਰੂਪ ਦੇ ਵਿੱਚ ਇਹਦਾ ਇੰਪੈਕਟ ਹੈ ਔਰ ਇਹਦੀ ਤੁਸੀਂ ਪ੍ਰੋਪਰ ਜਾਣਕਾਰੀ ਦਿੱਤੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। या और दूसरा सिर्फ एक मैं जानना चाहता ऐड करना चाहूँगा ये जो इशू है ये लैंडलॉर्ड और सिटी का नहीं, ये लैंडलॉर्ड ने सब का इशू है। सिटी इस मामले ਨੂੰ ਪ੍ਰੋਜੈਕਟ ਕਰਦੀ ਹੈ ਲੈਂਡਲੋਰਡ नो ਅਸੀਂ ਸਿਟੀ ਨੂੰ ਕਹਿੰਦੇ ਆ ਵੀ ਇਹ ਜੋ है लैंडलॉर्ड ਦਾ इशू नहीं है, ये लैंडलॉर्ड है टेनेंट है कोई भी है जो भी ब्रैम्पटन में रहता है उसका उनका सब का ਸਭ ਦਾ इशू ਇਸ਼ੂ है ਜੀ। ਔਰ ਜੀ ਤੁਸੀਂ ਡਾਕਟਰ ਆਜ਼ਾਦ ਜੀ ਨਾਲ ਗੱਲਬਾਤ ਕਰ ਸਕਦੇ ਹੋ 6479999951। ਔਰ ਜੇ ਤੁਸੀਂ ਕੋਈ ਵੀ ਇਹਨਾਂ ਦੀ ਜਾਣਕਾਰੀ ਲੈਣੀ ਆ ਉਹ ਵੈਬਸਾਈਟ ਕੀ ਹੈ ਇਹਨਾਂ ਨੂੰ ਟੈਕਸਟ ਮੈਸੇਜ ਕਰੋ, ਕਾਲ ਕਰੋ, ਤੁਹਾਨੂੰ ਇਹ ਪਟੀਸ਼ਨ ਬਾਈ ਟੈਕਸਟ ਮੈਸੇਜ ਔਰ WhatsApp ਤੁਹਾਨੂੰ ਭੇਜ ਦੇਣਗੇ। 6479999951 ਡਾਕਟਰ ਆਜ਼ਾਦ ਗੋਇਲ ਜੀ ਨਾਲ ਗੱਲਬਾਤ ਹੋ ਸਕਦੀ ਆ। ਡਾਕਟਰ ਸਾਹਿਬ ਤੁਸੀਂ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। सत श्री अकाल। ਜੀ।